ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਐਪੀਸੋਡ ਭਾਈ ਤਾਰੂ ਸਿੰਘ ਜੀ ਭਾਗ ਤੀਜਾ। ਨਵਾਬ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਉਹ ਦਿਨ ਪਾਣਿਓਂ ਮੱਛੀ ਵਾਂਗ ਤੜਫਣ ਲੱਗਾ। ਸ਼ਾਹੀ ਵੈਦ ਬੁਲਾਏ ਗਏ ਪਰ ਸਭ ਵਿਅਰਥ, ਕਿਸੇ ਦੀ ਕੋਈ ਦਵਾ ਕਾਰਗਰ ਨਹੀਂ ਹੋ ਰਹੀ, ਸਗੋਂ ਜ਼ਕਰੀਏ ਦੀ ਬੇਚੈਨੀ ਹੋਰ ਵੱਧਦੀ ਜਾਂਦੀ ਹੈ। ਕਾਜ਼ੀ ਮੁੱਲੇ ਸੱਦੇ ਗਏ, ਬਥੇਰੇ ਧਾਰਮਿਕ ਉਪਾਅ ਕੀਤੇ, ਕਲਮੇ ਪੜੇ, ਫੂਕਾਂ ਮਾਰੀਆਂ, ਪਰ ਸਭ ਨਿਫਲ। ਉਹ ਨੀਲੇ ਬਾਣਿਆਂ ਵਾਲੇ ਹੱਥਾਂ ਵਿੱਚ ਸਲੋਤਰ, ਬਚਾਓ ਬਚਾਓ, ਉਹ ਮੈਨੂੰ ਕੁੱਟ ਰਹੇ ਹਨ, ਬਚਾਓ। ਕਿਸੇ ਦੇ ਕੁਝ ਪੱਲੇ ਨਾ ਪਵੇ ਤੇ ਨਾ ਹੀ ਕਿਸੇ ਨੂੰ ਕੁਝ ਦਿਖਾਈ ਦੇਵੇ। ਪਰ ਜ਼ਕਰੀਏ ਨੂੰ ਸ਼ਹੀਦ ਸਿੰਘ ਦਿਖਾਈ ਦੇਣ ਲੱਗੇ। ਸਿਰਾਂ ਤੇ ਚੱਕਰ, ਲਿਸ਼ਕੋਰਾਂ, ਸੂਰਜ ਵਾਂਗ ਦਗਦੇ ਚਿਹਰੇ। ਤੁਸੀਂ ਜੀ ਆਪਣੇ ਪੀਰਾਂ ਪੈਗੰਬਰਾਂ ਨੂੰ ਧਿਆਓ। ਪਲੰਗ ਕੋਲ ਖਲੋਤਾ ਮੁੱਲਾ ਬੋਲਿਆ। ਉਹਨਾਂ ਪੀਰ ਵੀ ਭਜਾ ਦਿੱਤੇ, ਕੋਈ ਸਿੰਘਾਂ ਦੇ ਅੱਗੇ ਨਹੀਂ ਖਲੋ ਰਿਹਾ, ਸਭ ਉਹਨਾਂ ਨੂੰ ਹੱਥ ਜੋੜ ਰਹੇ ਹਨ। ਜ਼ਕਰੀਏ ਦਾ ਬੁਰਾ ਹਾਲ ਹੋ ਰਿਹਾ ਸੀ। ਕਿਸੇ ਸੂਫੀ ਨੇ ਸਰੀਰ ਤੇ ਸਲੋਤਰਾਂ ਦੇ ਨਿਸ਼ਾਨ ਦੇਖਦਿਆਂ ਕਿਹਾ ਕਿ ਕੋਈ ਵੱਡਾ ਪਾਪ ਹੋਇਆ ਹੈ, ਸ਼ਹੀਦ ਸਜ਼ਾ ਦੇ ਰਹੇ ਹਨ। ਉਹ ਦੇਖੋ, ਉਹ ਉਂਗਲਾਂ ਤੇ ਚੱਕਰ ਘੁਮਾ ਰਹੇ ਹਨ, ਬਸ ਹੁਣ ਮੇਰੇ ਵੱਲ ਨੂੰ ਚਲਾਉਣਗੇ, ਬਚਾਓ, ਮੇਰਾ ਸਿਰ ਵੱਢਿਆ ਜਾਏਗਾ। ਤੁਸੀਂ ਇਹਨਾਂ ਨੂੰ ਕਿਸੇ ਮਹਾਂਪੁਰਸ਼ ਕੋਲ ਲੈ ਕੇ ਜਾਓ। ਸੂਫੀ ਨੇ ਸਭ ਨੂੰ ਸੁਝਾਅ ਦਿੱਤਾ। ਹਾਂ, ਖਾਲਸੇ ਕੋਲ, ਮੈਨੂੰ ਖਾਲਸੇ ਕੋਲ ਲੈ ਚੱਲੋ। ਮੈਂ ਖਾਲਸੇ ਤੋਂ ਮਾफ़ੀ ਮੰਗਾਂਗਾ, ਪੈਰ ਫੜਾਂਗਾ। ਸਭ ਨੂੰ ਰਿਹਾ ਕਰ ਦਿਓ, ਖਿਮਾ ਮੰਗੋ ਸਾਰਿਆਂ ਤੋਂ। ਵਜ਼ੀਰਾਂ ਨੇ ਜ਼ਕਰੀਏ ਦੇ ਕਹਿਣ ਤੇ ਸਭ ਕੈਦੀ ਰਿਹਾ ਕਰ ਦਿੱਤੇ, ਪਰ ਨਵਾਬ ਨੂੰ ਕੋਈ ਆਰਾਮ ਨਾ ਮਿਲਿਆ। ਉਸ ਨੂੰ ਜਾਪਿਆ ਕਿ ਉਸ ਨੂੰ ਤਾਰੂ ਸਿੰਘ ਕੋਲ ਜਾਣਾ ਚਾਹੀਦਾ ਹੈ ਤੇ ਬੰਦ ਖਲਾਸੀ ਦੀ ਬੇਨਤੀ ਕਰਨੀ ਚਾਹੀਦੀ ਹੈ। ਉਸਨੇ ਧਰਮਸ਼ਾਲਾ ਵਿੱਚੋਂ ਕੁਝ ਸਿੰਘ ਬੁਲਾਏ ਤੇ ਬੇਨਤੀ ਕੀਤੀ, ਮੇਰੀ ਗਲਤੀ ਬਖਸ਼ਵਾਓ ਤੇ ਤਾਰੂ ਸਿੰਘ ਨੂੰ ਕਹੋ ਕਿ ਖਾਨ ਬਹਾਦਰ ਮਾਫ਼ੀ ਮੰਗਦਾ ਹੈ। ਜੇ ਕਿਸੇ ਤਰ੍ਹਾਂ ਹੋ ਸਕਦਾ ਹੈ ਤਾਂ ਉਸਦੀ ਖੋਪਰੀ ਉਸਦੇ ਸਿਰ ਤੇ ਵਾਪਸ ਟਿਕਾਓ। ਉਹਨੂੰ ਕਹਿਣਾ ਸੀ ਕਿ ਹੋਰ ਜ਼ੋਰ ਲਾ ਲਵੇ, ਹੋਰ ਜ਼ੁਲਮ ਕਰਕੇ ਦੇਖ ਲਵੇ, ਉਸਦਾ ਅੰਤ ਆ ਗਿਆ ਹੈ ਖਾਲਸਾ ਜੀ। ਖਾਨੂ ਦਾ ਸੁਨੇਹਾ ਲੈ ਕੇ ਗਏ ਸਿੱਖਾਂ ਨੂੰ ਭਾਈ ਤਾਰੂ ਸਿੰਘ ਬੋਲੇ। ਜ਼ਕਰੀਏ ਨੇ ਭਾਈ ਸੁਬੇਗ ਸਿੰਘ ਨੂੰ ਵੀ ਕੈਦ ਵਿੱਚੋਂ ਰਿਹਾ ਕਰਵਾਇਆ। ਉਹਨਾਂ ਨੂੰ ਸੱਦ ਕੇ ਮਿੰਨਤਾਂ ਕੀਤੀਆਂ ਕਿ ਉਹ ਜਾ ਕੇ ਭਾਈ ਤਾਰੂ ਸਿੰਘ ਨੂੰ ਬੇਨਤੀ ਕਰਨ, ਪਰ ਭਾਈ ਸੁਬੇਗ ਸਿੰਘ ਕਹਿਣ ਲੱਗੇ, ਸੰਤ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਜ਼ਕਰੀਆ ਖਾਨ। ਪਹਾੜ, ਧਰਤੀ, ਪੌਣ, ਪਾਣੀ ਸਭ ਇੱਕ ਦਿਨ ਚਲੇ ਜਾਣਗੇ, ਪਰ ਇੱਕ ਸਾਧ ਬਚਨ ਅਟਲਾਦਾ, ਸੰਤ ਬਚਨ ਅਟਲ ਰਹੇਗਾ। ਨਵਾਬ ਨੇ ਭਾਈ ਸੁਬੇਗ ਸਿੰਘ ਦੇ ਪੈਰੀ ਹੱਥ ਵੀ ਲਾਏ, ਪਰ ਕੋਈ ਉਸ ਦੀ ਮਦਦ ਨਹੀਂ ਕਰ ਸਕਦਾ ਸੀ। ਹਾਲਾਂਕਿ ਫਿਰ ਵੀ ਭਾਈ ਸੁਬੇਗ ਸਿੰਘ ਨੇ ਜ਼ਕਰੀਆ ਖਾਨ ਦੀ ਹਾਲਤ ਭਾਈ ਤਾਰੂ ਸਿੰਘ ਨੂੰ ਜਾ ਕੇ ਜ਼ਰੂਰ ਦੱਸੀ। ਕੋਈ ਸਿੱਖ ਸੇਵਕ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਮੈਂ ਚੰਮ ਦੀਆਂ ਜੁੱਤੀਆਂ ਵੀ ਬਣਾ ਕੇ ਦੇ ਸਕਦਾ ਹਾਂ। ਸਿੱਖ ਦੀ ਸੇਵਾ ਲਈ ਬੇਨਤੀ ਕਰਨ ਵਾਸਤੇ ਜੇ ਕੋਈ ਦੂਰੋਂ ਪੈਦਲ ਚੱਲ ਕੇ ਆਏ ਹੈ ਤਾਂ ਮੈਂ ਉਹਨਾਂ ਪੈਰਾਂ ਨੂੰ ਸੀਸ ਤੇ ਲਾਵਾਂਗਾ। ਪਰ ਦੁਸ਼ਟ ਦਾ ਕੀ ਕਰਾਂ? ਕੋਈ ਹੋਰ ਜੋ ਦੁਸ਼ਟ ਦੀ ਸਿਫਾਰਿਸ਼ ਕਰੇਗਾ ਉਹ ਨਵਾਬ ਦੇ ਨਾਲ ਹੀ ਜਾਏਗਾ, ਪਰ ਸਿੱਖ ਉੱਤੇ ਮੇਰਾ ਜ਼ੋਰ ਨਹੀਂ। ਸਿੱਖ ਦੀ ਕਹੀ ਮੈਨੂੰ ਮੰਨਣੀ ਪੈਂਦੀ ਹੈ। ਭਾਈ ਤਾਰੂ ਸਿੰਘ ਨੇ ਭਾਈ ਸੁਬੇਗ ਸਿੰਘ ਨੂੰ ਬੇਨਤੀ ਕੀਤੀ ਕਿ ਜ਼ਕਰੀਏ ਜਿਹੇ ਪਾਪੀ ਦੀ ਸਿਫਾਰਿਸ਼ ਨਾ ਕੀਤੀ ਜਾਵੇ। ਸੁਬੇਗ ਸਿੰਘ ਨੇ ਤਾਂ ਪਹਿਲਾਂ ਹੀ ਨਵਾਬ ਨੂੰ ਕਹਿ ਦਿੱਤਾ ਸੀ ਕਿ ਸਿੱਖ ਦਾ ਬਚਨ ਟਾਲਿਆ ਨਹੀਂ ਜਾ ਸਕਦਾ। ਸੋ ਹੁਣ ਉਹ ਪਰਤ ਕੇ ਜ਼ਕਰੀਏ ਕੋਲ ਗਏ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ। ਵੈਦਾਂ ਦੇ ਇਲਾਜ ਅਸਫਲ ਹੋ ਰਹੇ ਹਨ ਤੇ ਖਾਨ ਬਹਾਦਰ ਕਹੇ ਜਾਣ ਵਾਲੇ ਨਵਾਬ ਜ਼ਕਰੀਏ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਹਨ। ਮੈਨੂੰ ਪਤਾ ਹੈ ਕਿ ਸੰਤ ਦਾ ਸਰਾਪ ਟਾਲਿਆ ਨਹੀਂ ਜਾ ਸਕਦਾ, ਪਰ ਕੀ ਖਾਲਸਾ ਪੰਥ ਵੀ ਇਸ ਬਚਨ ਨੂੰ ਮੋੜ ਨਹੀਂ ਸਕਦਾ? ਕੀ ਖਾਲਸਾ ਪੰਥ ਇਸ ਸਰਾਪ ਨੂੰ ਤੜਵਾ ਨਹੀਂ ਸਕਦਾ? ਖਾਲਸੇ ਦਾ ਸਰਾਪ ਹੈ ਤੇ ਖਾਲਸਾ ਹੀ ਬਖਸ਼ ਸਕਦਾ ਹੈ। ਜੇ ਤੁਸੀਂ ਮੇਰੀ ਅੰਤਮ ਬੇਨਤੀ ਤੱਤ ਖਾਲਸਾ ਤੱਕ ਪਹੁੰਚਾ ਦੇਵੋ, ਮੈਂ ਖਾਲਸੇ ਤੋਂ 100 ਵਾਰ ਨੱਕ ਰਗੜ ਕੇ ਮਾਫ਼ੀ ਮੰਗਾਂਗਾ। ਰੋਂਦਾ ਵਿਲਕਦਾ ਨਵਾਬ ਭਾਈ ਸੁਬੇਗ ਸਿੰਘ ਅੱਗੇ ਹੋਰ ਤਰਲਾ ਪਾ ਕੇ ਦੇਖਦਾ ਹੈ। ਤੇ ਮੈਂ ਇਹ ਵੀ ਸੁਣਿਆ ਕਿ ਜਿੱਥੇ 5 ਸਿੰਘ ਇਕੱਠੇ ਹੋ ਜਾਣ ਉੱਥੇ ਗੁਰੂ ਹਾਜ਼ਰ ਹੁੰਦਾ ਹੈ। ਕਿ ਮੇਰੀ ਅਰਦਾਸ ਪੰਜਾਂ ਕੋਲ ਨਹੀਂ ਹੋ ਸਕਦੀ? ਜੇ ਮੇਰੇ ਜਿਹਾ ਕੋਈ ਪਾਪੀ ਨਹੀਂ ਤਾਂ ਖਾਲਸੇ ਜਿਹਾ ਕੋਈ ਬਖਸ਼ਣਹਾਰ ਵੀ ਤਾਂ ਨਹੀਂ? ਭਾਈ ਸੁਬੇਗ ਸਿੰਘ ਤਰਸ ਦੇ ਘਰ ਵਿੱਚ ਆ ਕੇ ਖਾਲਸੇ ਵੱਲ ਜੰਗਲਾਂ ਕੰਨੀ ਤੁਰ ਪਏ। ਖਾਲਸੇ ਨੂੰ ਦੇਖਦਿਆਂ ਹੀ ਉਹਨਾਂ ਨੇ ਧਰਤੀ ਨੂੰ ਛੂਹ ਕੇ ਹੱਥ ਮੱਥੇ ਨੂੰ ਲਾਇਆ ਤੇ ਪੰਥ ਨੂੰ ਨਮਸਕਾਰ ਕੀਤੀ। ਫਤਿਹ ਬੁਲਾ ਕੇ ਭਾਈ ਸਾਹਿਬ ਨੇ ਆਉਣ ਦਾ ਕਾਰਨ ਦੱਸਿਆ। ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੱਖੀ ਸਲਾਮਤ ਰੱਖਣ ਲਈ ਧੰਨ ਧੰਨ ਕਿਹਾ ਤੇ ਖਾਨੂ ਨੂੰ ਧ੍ਰਿਗ ਧ੍ਰਿਗ ਆਖ ਕੇ ਲਾਨਤਾਂ ਪਾਈਆਂ। ਨਾਲ ਹੀ ਉਹਨਾਂ ਭਾਈ ਤਾਰੂ ਸਿੰਘ ਦੀ ਖੋਪਰੀ ਲੱਥ ਜਾਣ ਮਗਰੋਂ ਵੀ ਚੜ੍ਹਦੀ ਕਲਾ ਵਿੱਚ ਹੋਣ ਅਤੇ ਕਹੇ ਬਚਨ ਪਾਲੇ ਜਾਣ ਦੀ ਉਡੀਕ ਕਰਨ ਦੀ ਵਿਥਿਆ ਵੀ ਕਹਿ ਸੁਣਾਈ। ਜਦ ਹੀ ਭਾਈ ਸੁਬੇਗ ਸਿੰਘ ਨੇ ਇਹ ਸਾਰੀ ਵਾਰਤਾ ਸੁਣਾ ਕੇ ਜ਼ਕਰੀਏ ਦੀ ਮੌਜੂਦਾ ਹਾਲਤ ਅਤੇ ਉਹਨਾਂ ਦੇ ਖਾਲਸਾ ਪੰਥ ਕੋਲ ਆਉਣ ਦਾ ਕਾਰਨ ਦੱਸਿਆ ਤਾਂ ਖਾਲਸਾ ਵੀਰ ਰਸ ਵਿੱਚ ਆ ਗਿਆ ਤੇ ਲਾਹੌਰ ਉੱਤੇ ਧਾਵਾ ਕਰਕੇ ਜ਼ਕਰੀਏ ਦਾ ਸਿਰ ਵੱਢ ਕੇ ਲਿਆਉਣ ਦੀ ਬਿਧ ਬਣਾਉਣ ਲੱਗਾ। ਜਦ ਉਹਨਾਂ ਨੂੰ ਕਿਲੇ ਤੇ ਮੁਗਲ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਬਾਰੇ ਕਿਹਾ ਗਿਆ ਤਾਂ ਉਹ ਸਗੋਂ ਦੁੱਗਣੀ ਚੜ੍ਹਦੀ ਕਲਾ ਨਾਲ ਬੋਲੇ, ਫਿਰ ਸਿਰ ਲੱਗ ਜਾਣਗੇ। ਅਸੀਂ ਵੀ ਉਸੇ ਸ਼ਹੀਦਾਂ ਦੇ ਜਹਾਜ਼ ਵਿੱਚ ਸਵਾਰ ਹੋ ਜਾਵਾਂਗੇ ਜੋ ਭਾਈ ਤਾਰੂ ਸਿੰਘ ਨੇ ਤਿਆਰ ਕੀਤਾ ਹੈ। ਕੁਝ ਅਨੁਭਵੀ ਸਿੰਘਾਂ ਨੇ ਕਿਹਾ ਕਿ ਜਦ ਭਾਈ ਤਾਰੂ ਸਿੰਘ ਦਾ ਬਚਨ ਹੈ ਕਿ ਦੁਸ਼ਟ ਨੂੰ ਜੁੱਤੀ ਅੱਗੇ ਲਾ ਕੇ ਲਿਜਾਣਾ ਹੈ ਤਾਂ ਸਾਨੂੰ ਜ਼ਿਆਦਾ ਕਾਲ ਨਹੀਂ ਕਰਨੀ ਚਾਹੀਦੀ। ਭਾਈ ਸੁਬੇਗ ਸਿੰਘ ਵੀ ਕਹਿਣ ਲੱਗੇ ਕਿ ਨਵਾਬ ਵੈਸੇ ਵੀ ਘੜੀ ਪਲ ਦਾ ਪ੍ਰਾਹੁਣਾ ਹੈ, ਉਸ ਦੇ ਪ੍ਰਾਣ ਤਾਂ ਬਸ ਨਿਕਲਣ ਵਾਲੇ ਹੀ ਹਨ। ਤਦ ਸਾਰੇ ਸਹਿਜ ਵਿੱਚ ਆ ਗਏ।
ਖਾਲਸਾ ਜੀ, ਭਾਈ ਤਾਰੂ ਸਿੰਘ ਦੇ ਬਚਨ ਖੰਡੇ ਤਾਰ ਜਿਹੇ ਤਿੱਖੇ ਹਨ। ਐਸੇ ਬਚਨ ਕੇ ਠੋਸ ਪਰਬਤਾਂ ਨੂੰ ਚੀਰ ਕੇ ਲੰਘ ਜਾਣ। ਜ਼ਕਰੀਆ ਵਿਚਾਰਾ ਕਿਸੇ ਖੇਤ ਦੀ ਮੂਲੀ ਹੈ। ਨਵਾਬ ਅਤੇ ਉਸਦੇ ਸਾਥੀ ਕਾਜ਼ੀ ਮੁਲਾਣੇ ਨੇ ਤਾਂ ਸਭ ਪੀਰ ਪੈਗੰਬਰ ਵੀ ਧਿਆ ਕੇ ਦੇਖ ਲਏ, ਪਰ ਸਿੰਘ ਦੇ ਬਚਨ ਅੱਗੇ ਕੋਈ ਨਹੀਂ ਖਲੋ ਸਕਿਆ। ਸ਼ਹੀਦ ਸਿੰਘ ਆਪ ਭਾਈ ਤਾਰੂ ਸਿੰਘ ਦਾ ਬਚਨ ਪੁਗਾਉਣ ਲਈ ਆਣ ਉਤਰੇ ਹਨ। ਭਾਈ ਸੁਬੇਗ ਸਿੰਘ ਨੇ ਸਿੰਘਾਂ ਨੂੰ ਹੋਰ ਖੁੱਲ੍ਹ ਕੇ ਬਚਨ ਸੁਣਾਏ। ਸਭ ਪਾਸਿਓਂ ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀਆਂ ਆਵਾਜ਼ਾਂ ਆ ਰਹੀਆਂ ਹਨ। ਭਾਈ ਸੁਬੇਗ ਸਿੰਘ ਨੇ ਬੋਲਣਾ ਜਾਰੀ ਰੱਖਿਆ। ਨਵਾਬ ਦੀ ਮੌਤ ਮਗਰੋਂ ਤੁਰਕਾਂ ਵਿੱਚ ਖਾਨਾ ਜੰਗੀ ਛਿੜ ਪੈਣੀ ਹੈ ਤੇ ਖਾਲਸੇ ਨੇ ਲਾਹੌਰ ਉੱਤੇ ਕੇਸਰੀ ਝੁਲਾ ਦੇਣਾ ਹੈ। ਮੈਂ ਤਾਂ ਪੰਥ ਅੱਗੇ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੁਣ ਮਰਦੇ ਹੋਏ ਜ਼ਕਰੀਆ ਖਾਨ ਨੇ ਖਾਲਸੇ ਦੀ ਸ਼ਰਨ ਤੱਕੀ ਹੈ ਤੇ ਗੁਰੂ ਵਾਕ ਹੈ ਕਿ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਸੋ ਖਾਲਸਾ ਚਾਵੇ ਤਾਂ ਆਪਣੀ ਜ਼ਾਹਰਾ ਕਲਾ ਦਿਖਾਵੇ। ਖਾਲਸੇ ਨੇ ਵਿਚਾਰਾ ਕਰਨ ਮਗਰੋਂ ਫੈਸਲਾ ਕੀਤਾ। ਜ਼ਬਤ ਕੀਤੇ ਹੋਏ ਉਹ 12 ਪਿੰਡ ਜੋ ਨਵਾਬੀ ਦੇਣ ਵੇਲੇ ਖਾਲਸੇ ਨੂੰ ਦਿੱਤੇ ਗਏ ਸਨ, ਜ਼ਕਰੀਆ ਖਾਨ ਉਹਨਾਂ ਦੀ ਜਗੀਰ ਗੁਰੂ ਦੇ ਚੱਕ ਦੇ ਨਾਂ ਹੱਥੀਂ ਲਿਖ ਕੇ ਦੇਵੇ। ਜ਼ਕਰੀਆ ਦੀ ਭੈਣ ਖਾਨੋ, ਜੋ ਕਿ ਫਰਜ਼ੂਲਾ ਖਾਨ ਨੂੰ ਵਿਆਹੀ ਹੈ ਤੇ ਉਸਨੇ ਉਸ ਪਿੰਡ ਦਾ ਨਾਮ ਫਰਜ਼ੂਲਾਪੁਰ ਰੱਖ ਦਿੱਤਾ ਹੈ, ਉਹ ਨਵਾਬ ਭਾਈ ਕਪੂਰ ਸਿੰਘ ਜੀ ਦਾ ਵੀ ਪਿੰਡ ਹੈ ਤੇ ਉਹਨਾਂ ਦੇ ਮਾਤਾ ਪਿਤਾ ਉੱਥੇ ਹੀ ਵਸਦੇ ਹਨ। ਉਸ ਪਿੰਡ ਦਾ ਨਾਮ ਬਦਲ ਕੇ ਸਿੰਘਪੁਰਾ ਰੱਖਿਆ ਜਾਵੇ। ਖਾਲਸੇ ਦੀਆਂ ਇਹਨਾਂ ਮੰਗਾਂ ਤੇ ਨਵਾਬ ਕਪੂਰ ਸਿੰਘ ਨੇ ਗਿਲਾ ਕੀਤਾ ਹੈ। ਖਾਲਸਾ ਜੀ, ਇਹ ਕੀ ਮੰਗ ਰਹੇ ਹੋ ਤੁਸੀਂ ਤੇ ਕਿਹਦੇ ਤੋਂ? ਰਾਜ ਕਦੇ ਮੰਗ ਕੇ ਨਹੀਂ ਲਈਦੇ। ਮਹਾਰਾਜ ਦੀ ਕਲਾ ਵਰਤੇਗੀ ਤੇ ਖਾਲਸਾ ਨਿਜਬਲ ਨਾਲ ਰਾਜ ਲਵੇਗਾ। ਸੱਚੇ ਪਾਤਸ਼ਾਹ ਪਾਤਸ਼ਾਹੀਆਂ ਬਖਸ਼ ਕੇ ਗਏ ਹਨ ਤੇ ਅਸੀਂ ਤੁਰਕਾਂ ਤੋਂ ਮੰਗਦੇ ਫਿਰੀਏ? ਸਮਾਂ ਨਜ਼ਦੀਕ ਆਣ ਟੁੱਕਾ ਹੈ। 12 ਪਿੰਡ ਕੀ ਖਾਲਸਾ ਪੰਜਾਬ ਦੇ 12,000 ਪਿੰਡਾਂ ਤੇ ਰਾਜ ਕਰੇਗਾ। ਕੇਸਰੀ ਨਿਸ਼ਾਨ ਪੰਜਾਬ ਦੇ ਜ਼ਰਰੇ ਜ਼ਰਰੇ ਉੱਤੇ ਝੁੱਲਣਗੇ। ਨਵਾਬ ਹੁਣ ਦੁੱਖ ਵਿੱਚ ਕੁਰਲਾ ਰਿਹਾ ਹੈ ਤੇ ਖਾਲਸੇ ਦੀ ਹਰ ਕਹੀ ਮੰਨਣ ਲਈ ਤਿਆਰ ਹੈ। ਹਾਲਾਂਕਿ ਜਨਮ ਮਰਨ ਤੇ ਦੁੱਖ ਸੁੱਖ ਮਹਾਰਾਜ ਦੇ ਵਸ ਹਨ, ਪਰ ਉਸਨੇ ਗੁਰੂ ਗ੍ਰੰਥ ਤੇ ਪੰਥ ਦਾ ਆਸਰਾ ਤੱਕਿਆ ਹੈ ਤਾਂ ਖਾਲਸਾ ਮੇਰਾਂ ਦੇ ਘਰ ਵਿੱਚ ਆ ਹੀ ਜਾਵੇਗਾ। ਦੁਸ਼ਟਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਚਾਹੀਦਾ ਹੈ, ਪਰ ਸ਼ਰਨ ਆਏ ਨੂੰ ਬਖਸ਼ਣਾ ਵੀ ਖਾਲਸੇ ਦੇ ਘਰ ਵਿੱਚ ਹੀ ਹੁੰਦਾ ਹੈ। ਨਵਾਬ ਕਪੂਰ ਸਿੰਘ ਦੇ ਬਚਨਾਂ ਤੋਂ ਮਗਰੋਂ ਖਾਲਸੇ ਨੇ ਮੁੜ ਗੁਰਮਤਾ ਸੋਧਿਆ। ਨਿਰਣਾ ਕੀਤਾ ਗਿਆ ਕਿ ਪੰਜ ਸਿੰਘ ਅਰਦਾਸ ਕਰਨ, ਸਤਿਗੁਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਖਾਨੂ ਦਾ ਪਿਸ਼ਾਬ ਦਾ ਬੰਨ ਟੁੱਟ ਜਾਵੇ ਤੇ ਨਾਲ ਹੀ ਇਹ ਬਚਨ ਵੀ ਕਹੇ ਜਾਣ ਕਿ ਇਹ ਸਭ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਦੇ ਸਿਰ ਵੱਜਣ ਤੇ ਹੋਵੇ। ਕੋਈ ਸਿੰਘ ਖਾਨੂ ਦੇ ਸਿਰ ਜੁੱਤੀ ਮਾਰੇ ਤਾਂ ਨਵਾਬ ਦਾ ਬੰਨ ਟੁੱਟੇ। ਨਾਲ ਹੀ ਇਹ ਬੇਨਤੀ ਵੀ ਕਰੋ ਕਿ ਭਾਈ ਤਾਰੂ ਸਿੰਘ ਜੀ ਦੀ ਦੇਹ ਤਿਆਗਣ ਤੋਂ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੋਵੇ ਤੇ ਸਿੰਘ ਆਪਣੀ ਜੁੱਤੀ ਅੱਗੇ ਲਾ ਕੇ ਲਿਜਾਵੇ ਜ਼ਕਰੀਆ ਖਾਨ ਨੂੰ। ਨਵਾਬ ਕਪੂਰ ਸਿੰਘ ਨੇ ਭਾਈ ਸੁਬੇਗ ਸਿੰਘ ਨੂੰ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਵਾਨਗੀ ਭਾਈ ਤਾਰੂ ਸਿੰਘ ਤੋਂ ਲੈਣੀ ਹੈ। ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਪੰਥ ਵੱਲੋਂ ਵੀ ਭਾਈ ਤਾਰੂ ਸਿੰਘ ਨੂੰ ਬੇਨਤੀ ਕਰ ਦਿਓ ਕਿ ਖਾਲਸੇ ਨੇ ਇਹ ਗੁਰਮਤਾ ਕੀਤਾ ਹੈ। ਖਾਲਸੇ ਤੋਂ ਵਿਦਾ ਲੈਣ ਵੇਲੇ ਭਾਈ ਸੁਬੇਗ ਸਿੰਘ ਨੇ ਧਰਤੀ ਨੂੰ ਛੁਹਾ ਕੇ ਹੱਥ ਮੱਥੇ ਨੂੰ ਲਾਇਆ ਤੇ ਖਾਲਸੇ ਨੂੰ ਨਮਨ ਕੀਤਾ। ਖਾਲਸੇ ਦਾ ਬਚਨ ਸਿਰ ਉੱਤੇ ਟਿਕਾ ਕੇ ਭਾਈ ਸੁਬੇਗ ਸਿੰਘ ਲਾਹੌਰ ਵੱਲ ਤੁਰ ਪਏ। ਸਭ ਤੋਂ ਪ੍ਰਥਮ ਉਹਨਾਂ ਜਾ ਕੇ ਭਾਈ ਤਾਰੂ ਸਿੰਘ ਨੂੰ ਫਤਿਹ ਬੁਲਾਈ। ਖਾਲਸੇ ਨੇ ਹੋਈ ਸਾਰੀ ਗੱਲਬਾਤ ਉਹਨਾਂ ਭਾਈ ਸਾਹਿਬ ਨੂੰ ਦੱਸੀ ਤੇ ਨਾਲ ਹੀ ਖਾਲਸੇ ਪੰਥ ਦੇ ਗੁਰਮਤੇ ਤੋਂ ਵੀ ਜਾਣੂ ਕਰਵਾਇਆ। ਭਾਈ ਤਾਰੂ ਸਿੰਘ ਨੇ ਸਾਰੀ ਵਾਰਤਾ ਪ੍ਰੇਮ ਨਾਲ ਸੁਣੀ ਤੇ ਜਦ ਹੀ ਖਾਲਸਾ ਪੰਥ ਦਾ ਨਾਮ ਆਇਆ ਤਾਂ ਉਹਨਾਂ ਨੇ ਉੱਠ ਕੇ ਧਰਤੀ ਨੂੰ ਹੱਥ ਛੁਹਾ ਕੇ ਮੱਥੇ ਨੂੰ ਲਾਇਆ ਤੇ ਖਾਲਸਾ ਪੰਥ ਨੂੰ ਨਮਸਕਾਰ ਕੀਤੀ ਤੇ ਬੋਲੇ, ਮੇਰੇ ਸਰੀਰ ਦੇ ਲਹੂ ਦਾ ਆਖਰੀ ਕਤਰਾ ਵੀ ਖਾਲਸਾ ਪੰਥ ਤੋਂ ਕੁਰਬਾਨ ਹੈ। ਸਾਰੀ ਕਲਾ ਖਾਲਸੇ ਦੀ ਹੈ। ਮੈਂ ਤਾਂ ਖਾਲਸੇ ਦਾ ਅਦਨਾ ਜਿਹਾ ਸੇਵਕ ਹਾਂ। ਮੇਰੀ ਇੰਨੀ ਔਕਾਤ ਕਿੱਥੇ ਕਿ ਖਾਲਸਾ ਪੰਥ ਦੇ ਹੁਕਮ ਵੱਲ ਪਿੱਠ ਕਰਾਂ ਤੇ ਖਾਲਸੇ ਦੀ ਕਹੀ ਮੋੜ ਸਕਾਂ। ਖਾਲਸੇ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਮੇਰੇ ਉੱਤੇ, ਮੇਰਾ ਸਰੀਰ ਖਾਲਸਾ ਪੰਥ ਦੇ ਲੇਖੇ ਹੈ। ਮੇਰੀ ਦੇਹ ਨੇ ਜੇ ਇੰਨੀ ਦ੍ਰਿੜਤਾ ਦਿਖਾਈ ਹੈ ਤਾਂ ਇਹ ਤਾਕਤ ਵੀ ਖਾਲਸਾ ਪੰਥ ਤੋਂ ਹੀ ਆਈ ਹੈ। ਖਾਲਸੇ ਦੀ ਅਰਦਾਸ ਤਾਂ ਦਰਗਾਹੀ ਪ੍ਰਵਾਨ ਹੈ। ਸਾਡੇ ਜਿਹੇ ਸੇਵਕਾਂ ਦੀ ਇੰਨੀ ਪਾਇਆ ਕਿੱਥੇ ਖਾਲਸੇ ਦੀ ਅਰਦਾਸ ਤੋਂ ਮੁਨਕਰ ਹੋਈਏ। ਖਾਲਸਾ ਜਿਹਨੂੰ ਚਾਹੇ ਰੱਖ ਲਵੇ, ਜਿਹਨੂੰ ਚਾਹੇ ਮਾਰ ਦੇਵੇ, ਇੰਨੀ ਸਮਰੱਥਾ ਹੈ ਖਾਲਸਾ ਪੰਥ ਦੀ। ਖਾਲਸਾ ਤਾਂ ਸ਼ਹੀਦੀ ਦੇਗਾਂ ਦੇ ਬਚੇ ਹੋਏ ਨੁਗਦੇ ਦੇ ਗੋਲੇ ਨਾਲ ਵੱਡੇ ਵੱਡੇ ਪਾਤਸ਼ਾਹ ਦੀਆਂ ਪਾਤਸ਼ਾਹੀਆਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਹੈ। ਖਾਲਸੇ ਦੇ ਸਲੋਤਰ ਜਦ ਸੁਨਹਿਰੀਆਂ ਤੋਂ ਕੱਢ ਕੇ ਪੁੱਠੇ ਕਰਕੇ ਰੱਖੇ ਜਾਂਦੇ ਹਨ ਤਾਂ ਵੱਡੀਆਂ ਵੱਡੀਆਂ ਸਲਤਨਤਾਂ ਦੇ ਸਿਰਾਂ ਤੋਂ ਛੱਤਰ ਉੱਡ ਜਾਂਦੇ ਹਨ। ਸੋ ਭਾਈ ਸੁਬੇਗ ਸਿੰਘ ਜੀ, ਮੈਨੂੰ ਖਾਲਸੇ ਦੀ ਹਰ ਤਰ੍ਹਾਂ ਦੀ ਕਹੀ ਮਨਜ਼ੂਰ ਹੈ। ਭਾਈ ਤਾਰੂ ਸਿੰਘ ਦੀ ਸਹਿਮਤੀ ਤੋਂ ਮਗਰੋਂ ਭਾਈ ਸੁਬੇਗ ਸਿੰਘ ਜ਼ਕਰੀਆ ਕੋਲ ਗਏ ਤੇ ਖਾਲਸੇ ਦੀ ਅਰਦਾਸ ਬਾਰੇ ਦੱਸਿਆ। ਜ਼ਕਰੀਆ ਦੋਨੋਂ ਹੱਥ ਜੋੜਦਾ ਹੋਇਆ ਬੋਲਿਆ, ਤੁਸੀਂ ਤੁਰੰਤ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਓ। ਦੇਰ ਨਾ ਲਾਓ। ਖਾਲਸਾ ਪੰਥ ਚਾਹੇ ਜਿੰਨੇ ਵੀ ਛਿੱਤਰ ਮਾਰ ਲਵੇ, ਬਸ ਮੇਰੀ ਖਲਾਸੀ ਕਰਵਾਏ ਇਸ ਬਿਪਤਾ ਤੋਂ। ਭਾਈ ਤਾਰੂ ਸਿੰਘ ਦੀ ਪੈਰਾਂ ਵਿੱਚ ਤਾਂ ਜੁੱਤੀ ਹੈ ਨਹੀਂ ਸੀ। ਹੋ ਸਕਦਾ ਹੰਕਾਰੇ ਹੋਏ ਸਿਪਾਹੀਆਂ ਨੇ ਗ੍ਰਿਫਤਾਰੀ ਵੇਲੇ ਪੈਰ ਜੁੱਤੀ ਪਾਉਣ ਹੀ ਨਾ ਦਿੱਤੀ ਹੋਏ ਤੇ ਜਦ ਇਹ ਵੀ ਹੋ ਸਕਦਾ ਮਗਰੋਂ ਕਿਤੇ ਗੁਆਚ ਗਈ ਹੋਵੇ। ਭਾਈ ਸੁਬੇਗ ਸਿੰਘ ਨਵੀਂ ਜੁੱਤੀ ਲੈ ਕੇ ਆਏ ਤੇ ਭਾਈ ਤਾਰੂ ਸਿੰਘ ਦੇ ਪੈਰਾਂ ਵਿੱਚ ਪਵਾਈ ਗਈ। ਉਹ ਜੁੱਤੀ ਲੈ ਕੇ ਹੁਣ ਭਾਈ ਸੁਬੇਗ ਸਿੰਘ ਜ਼ਕਰੀਆ ਕੋਲ ਆਏ। ਜ਼ਕਰੀਆ ਨੇ ਭਾਵੇਂ ਆਪਣੀ ਗਰਜ਼ ਲਈ ਹੀ ਸਹੀ ਭਾਈ ਤਾਰੂ ਸਿੰਘ ਦੀ ਜੁੱਤੀ ਫੜ ਕੇ ਆਪਣੇ ਮੱਥੇ ਨੂੰ ਲਾਈ ਤੇ ਆਪਣੇ ਸਿਰ ਵਿੱਚ ਮਾਰਨ ਲਈ ਭਾਈ ਸੁਬੇਗ ਸਿੰਘ ਨੂੰ ਫੜਾ ਦਿੱਤੀ। ਜੁੱਤੀ ਵੱਜਦਿਆਂ ਹੀ ਜ਼ਕਰੀਆ ਦੇ ਪਿਸ਼ਾਬ ਦਾ ਬੰਨ ਟੁੱਟ ਗਿਆ। ਜਿਉਂ-ਜਿਉਂ ਜੁੱਤੀ ਉਸਦੇ ਸਿਰ ਪਵੇ, ਉਸ ਨੂੰ ਪਿਸ਼ਾਬ ਆਉਂਦਾ ਜਾਏ ਤੇ ਸੂਲ ਠੀਕ ਹੋਈ ਜਾਵੇ। ਕਈ ਜੁੱਤੀਆਂ ਵੱਜਣ ਮਗਰੋਂ ਜਦੋਂ
ਜ਼ਕਰੀਆ ਦਾ ਦੁੱਖ ਲਗਭਗ ਜਾਂਦਾ ਰਿਹਾ ਤਾਂ ਬੋਲਿਆ, ਧੰਨ ਭਾਗ ਮੇਰੇ ਜੋ ਭਾਈ ਤਾਰੂ ਸਿੰਘ ਤੇ ਖਾਲਸੇ ਪੰਥ ਨੇ ਮੇਰੇ ਜਿਹੇ ਪਾਪੀ ਤੇ ਕਿਰਪਾ ਕੀਤੀ ਹੈ। ਮੈਂ ਜ਼ੁਲਮ ਕੀਤੇ ਤੇ ਉਹਨਾਂ ਫੇਰ ਮੈਨੂੰ ਬਖਸ਼ਿਆ। ਧੰਨ ਹੈ ਭਾਈ ਤਾਰੂ ਸਿੰਘ ਤੇ ਧੰਨ ਹੈ ਖਾਲਸਾ ਪੰਥ। ਗੁਰੂ ਨਾਨਕ ਜੀ ਦਾ ਕੜਾਹ ਤਿਆਰ ਕਰਕੇ ਵਰਤਾਇਆ ਜਾਵੇ। ਉਸਨੇ ਦਰਬਾਰੀਆਂ ਨੂੰ ਹੁਕਮ ਦਿੱਤਾ। ਕਾਜ਼ੀ ਮੁਲਾਣੀਆਂ ਦੇ ਮੱਥਿਆਂ ਤੋਂ ਮੁੜ ਕੇ ਚਿਉਂ ਰਿਹਾ ਸੀ। ਉਹਨਾਂ ਨੂੰ ਨਵਾਬ ਦਾ ਦੀਨ ਖਿਸਕਦਾ ਜਾਪ ਰਿਹਾ। ਜ਼ਕਰੀਆ ਨੇ ਗਰੀਬਾਂ ਨੂੰ ਖੈਰਾਤ ਵੰਡੀ ਤੇ ਖੁਸ਼ੀਆਂ ਮਨਾਈਆਂ। ਅਗਲੇ ਦਿਨ ਨਵਾਬ ਨਵੀਆਂ ਪੋਸ਼ਾਕਾਂ ਪਹਿਨੀ ਤੰਦਰੁਸਤ ਹੋ ਕੇ ਕਚਹਿਰੀ ਵਿੱਚ ਬੈਠਾ ਸੀ। ਮੇਰੇ ਅੰਦਰ ਕਿਸੇ ਪ੍ਰਕਾਰ ਦਾ ਸ਼ੱਕ ਸ਼ੰਕਾ ਨਹੀਂ ਰਿਹਾ ਕਿ ਖਾਲਸਾ ਪੰਥ ਜ਼ਾਹਰਾ ਕਲਾ ਵਰਤਾਉਣ ਵਿੱਚ ਸਮਰੱਥ ਹੈ। ਗੁਰੂ ਸਮਰੱਥ ਹੈ, ਬਾਣੀ ਸੱਚ ਹੈ ਤੇ ਸੱਚੀ ਸੁੱਚੀ ਹੈ, ਸਿੱਖਾਂ ਦੀ ਸਿੱਖੀ। ਇਹ ਸਭ ਮੈਂ ਕਿਸੇ ਦੇ ਕਹੇ ਜਾਂ ਦੇਖੇ ਨਹੀਂ ਕਹਿ ਰਿਹਾ, ਮੈਂ ਆਪਣੇ ਉੱਤੇ ਬੀਤੀ ਦੇ ਅਨੁਭਵ ਨਾਲ ਕਹਿ ਰਿਹਾ ਹਾਂ। ਜੇ ਸਿੰਘ ਦੀ ਜੁੱਤੀ ਵਿੱਚ ਐਡੀ ਕਰਾਮਾਤ ਹੈ ਤਾਂ ਸੋਚੋ ਸਿੱਖ ਵਿੱਚ ਕਿੰਨੀ ਹੋਵੇਗੀ, ਤੇ ਜੇ ਇਕੱਲਾ ਸਿੱਖ ਐਸਾ ਕਰਾਮਾਤੀ ਹੈ ਤਾਂ ਸਮੁੱਚੇ ਖਾਲਸਾ ਪੰਥ ਦੀ ਕਿੱਡੀ ਕਰਾਮਾਤ ਹੋਏਗੀ। ਫਿਰ ਮਨੁੱਖੀ ਬੁੱਧੀ ਰਾਹੀਂ ਇਹ ਅੰਦਾਜ਼ਾ ਲਾਉਣਾ ਤਾਂ ਸੰਭਵ ਹੀ ਨਹੀਂ ਕਿ ਗੁਰੂ ਕੈਸੀਆਂ ਕਰਾਮਾਤਾਂ ਕਰਨ ਦੇ ਸਮਰੱਥ ਹੋਣਗੇ। ਮੇਰਾ ਨਮਸਕਾਰ ਹੈ ਗੁਰੂ ਨੂੰ, ਸਿੱਖ ਨੂੰ ਤੇ ਖਾਲਸਾ ਪੰਥ ਨੂੰ। ਇਹ ਕੁਝ ਬੋਲਦਾ ਹੋਇਆ ਜ਼ਕਰੀਆ ਖਾਨ ਕੋਈ ਹੋਰ ਜ਼ਕਰੀਆ ਖਾਨ ਜਾਪ ਰਿਹਾ ਸੀ। ਇਹ ਉਹ ਤਾਂ ਨਹੀਂ ਸੀ ਜਿਸ ਨੂੰ ਅਸੀਂ ਜਾਣਦੇ ਸਾਂ। ਪਾਪੀ, ਜ਼ਾਲਮ ਤੇ ਹੰਕਾਰੀ ਨਵਾਬ ਸਿੰਘ ਦੀ ਜੁੱਤੀ ਸਿਰ ਵੱਜਣ ਨਾਲ ਹੀ ਬਦਲਿਆ ਹੋਇਆ ਜਾਪ ਰਿਹਾ ਸੀ। ਅੱਜ ਤੋਂ ਸਿੰਘਾਂ ਉੱਤੇ ਕਿਸੇ ਕਿਸਮ ਦਾ ਤਸ਼ੱਦਦ ਜਾਂ ਜ਼ੁਲਮ ਨਹੀਂ ਕੀਤਾ ਜਾਵੇਗਾ। ਮੈਂ ਆਪਣੀ ਔਲਾਦ ਨੂੰ ਵੀ ਇਹ ਕਹਿ ਕੇ ਸਿੰਘਾਂ ਨਾਲ ਨੇੜਤਾ ਬਣਾ ਕੇ ਰੱਖੀ ਜਾਵੇ। ਮੈਂ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਲਾਹੌਰ ਦਰਬਾਰ ਦੇ ਹੋਰ ਨੇੜੇ ਕੀਤਾ ਜਾਵੇ। ਭਾਈ ਸੁਬੇਗ ਸਿੰਘ ਨੂੰ ਮੁਖਾਬਿਤ ਹੁੰਦਿਆਂ ਉਹ ਬੋਲੇ, ਜੇ ਤੁਸੀਂ ਮੇਰੀਆਂ ਸਾਰੀਆਂ ਪੁਰਾਣੀਆਂ ਗਲਤੀਆਂ ਦੀ ਮੈਨੂੰ ਮਾफ़ੀ ਦਵਾ ਦਿਓ ਤਾਂ ਮੈਂ ਨਵਾਬੀ ਤੋਂ ਬਿਨਾਂ ਤੁਹਾਨੂੰ ਕੋਈ ਵੀ ਮੂੰਹ ਮੰਗਿਆ ਰੁਤਬਾ ਦੇਣਾ ਚਾਹੁੰਦਾ ਹਾਂ। ਖਾਲਸੇ ਨੇ ਕੁਝ ਵੀ ਮੰਗਣਾ ਹੈ ਤਾਂ ਸਤਿਗੁਰਾਂ ਤੋਂ ਮੰਗਣਾ ਹੈ। ਦੁਨਿਆਵੀ ਤਖਤਾਂ ਤੋਂ ਕਦੇ ਖਾਲਸਾ ਕੁਝ ਮੰਗੇਗਾ ਨਹੀਂ। ਹਾਂ, ਆਪਣਾ ਹੱਕ ਜ਼ਰੂਰ ਧੌਣ ਤੇ ਗੋਡਾ ਰੱਖ ਕੇ ਲੈ ਲਵੇਗਾ। ਆਖਰੀ ਸੱਤਰ ਭਾਈ ਸੁਬੇਗ ਸਿੰਘ ਨੇ ਮੁਸਕਰਾਉਂਦਿਆਂ ਕਹੀ। ਤੇ ਫਿਰ ਆਪਣਾ ਹੱਕ ਜਾਣ ਕੇ ਹੀ ਲੈ ਲਓ, ਨਵਾਬ ਬੋਲਿਆ। ਭਾਈ ਸੁਬੇਗ ਸਿੰਘ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੋਈ ਐਸਾ ਅਹੁਦਾ ਲਾਹੌਰ ਦਰਬਾਰ ਵਿੱਚ ਸਿੱਖਾਂ ਨੂੰ ਮਿਲ ਜਾਏ ਜਿਸ ਨਾਲ ਖਾਲਸਾ ਪੰਥ ਦਾ ਕੁਝ ਸਵਾਰਿਆ ਜਾ ਸਕੇ, ਖਾਲਸੇ ਦੀ ਸ਼ਾਨ ਉੱਚੀ ਹੋਵੇ। ਕਚਹਿਰੀ ਦੇ ਚਬੂਤਰੇ ਦਾ ਮੁਖਤਿਆਰ ਕਿਸੇ ਸਿੰਘ ਨੂੰ ਲਾਇਆ ਜਾਵੇ ਤੇ ਉਸੇ ਸਿੰਘ ਦਾ ਨਾਮ ਦਾ ਸਿੱਕਾ ਵੀ ਚਲਾਇਆ ਜਾਵੇ। ਅੱਜ ਤੋਂ ਤੁਸੀਂ ਚਬੂਤਰੇਦਾਰ ਹੋਏ ਤੇ ਟਕਸਾਲ ਵੀ ਤੁਹਾਡੇ ਨਾਮ ਹੋਈ। ਭਾਈ ਸੁਬੇਗ ਸਿੰਘ ਦੇ ਕਹਿਣ ਦੀ ਦੇਰ ਸੀ ਕਿ ਜ਼ਕਰੀਆ ਨੇ ਦੋਹੇ ਗੱਲਾਂ ਫੌਰੀ ਤੌਰ ਤੇ ਮੰਨ ਲਈਆਂ। ਚਬੂਤਰੇ ਦੀ ਤਾਬੇਦਾਰੀ ਭਾਈ ਸੁਬੇਗ ਸਿੰਘ ਨੂੰ ਲਿਖ ਦਿੱਤੀ ਗਈ। ਹੇਠਾਂ ਧਰਤੀ ਹੈ ਤੇ ਉੱਤੇ ਆਕਾਸ਼। ਮੁਗਲਾਂ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ। ਖਾਲਸੇ ਦਾ ਤਖਤ ਉੱਚਾ ਹੈ। ਭਾਈ ਸੁਬੇਗ ਸਿੰਘ ਨੇ ਜੋ ਸਿੱਕਾ ਜਾਰੀ ਕਰਵਾਇਆ ਉਸ ਉੱਤੇ ਇਹ ਇਬਾਰਤ ਲਿਖੀ ਗਈ। ਭਾਈ ਸੁਬੇਗ ਸਿੰਘ ਨੇ ਆਪਣੇ ਪਹਿਲੇ ਕੰਮਾਂ ਵਿੱਚ ਇਹ ਕੰਮ ਕਰਵਾਇਆ ਕਿ ਜਿਨ੍ਹਾਂ ਚਰਖੜੀਆਂ ਤੇ ਚਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਪਟਵਾ ਦਿੱਤੀਆਂ। ਸ਼ਹੀਦ ਗੰਜ ਨਾਮੀ ਸਥਾਨ ਤੇ ਸਿੰਘਾਂ ਦੇ ਕੰਧਾਂ ਵਿੱਚ ਚਿਣੇ ਹੋਏ ਸਿਰ ਕਢਵਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਕੁਝ ਦਿਨਾਂ ਮਗਰੋਂ ਜ਼ਕਰੀਆ ਖਾਨ ਦੇ ਦਰਾਂ ਤੇ ਮੌਤ ਤੇ ਫਰਿਸ਼ਤਿਆਂ ਨੇ ਆ ਦਸਤਕ ਦਿੱਤੀ। ਜ਼ਕਰੀਆ ਦੇ ਤੁਰ ਜਾਣ ਦੀ ਖਬਰ ਸਾਰੇ ਲਾਹੌਰ ਵਿੱਚ ਫੈਲ ਗਈ। ਭਾਈ ਤਾਰੂ ਸਿੰਘ ਦੀ ਖੋਪਰੀ ਉਤਰੀ ਨੂੰ ਅੱਜ 22 ਦਿਨ ਹੋ ਗਏ ਸਨ। 22 ਦਿਨਾਂ ਤੋਂ ਉਹ ਚੌਂਕੜੇ ਵਿੱਚ ਬੈਠੇ ਨਾਮ ਬਾਣੀ ਦਾ ਜਾਪ ਕਰਦੇ ਰਹੇ। ਸਿੱਖ ਦੇ ਬਚਨ ਮਹਾਰਾਜ ਨੇ ਪੁਗਾ ਦਿੱਤੇ ਸਨ। ਭਾਈ ਤਾਰੂ ਸਿੰਘ ਦਾ ਪ੍ਰਣ ਪੂਰਾ ਹੋ ਗਿਆ। ਕਾਜ਼ੀ ਮੁਲਾਣਿਆਂ ਨੂੰ ਛੱਡ ਕੇ ਬਾਕੀ ਸਭ ਖੁਸ਼ੀਆਂ ਮਨਾ ਰਹੇ ਸਨ। ਦੁਸ਼ਟ ਚਲਾਣਾ ਕਰ ਗਿਆ ਹੈ ਭਾਈ ਤਾਰੂ ਸਿੰਘ ਜੀ, ਇੱਕ ਸਿੰਘ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ। ਮੇਰੇ ਲਈ ਚਿਖਾ ਤਿਆਰ ਕੀਤੀ ਜਾਵੇ। ਭਾਈ ਤਾਰੂ ਸਿੰਘ ਦੇ ਬਚਨ ਕਰਦਿਆਂ ਹੀ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ। ਸਤਿਗੁਰਾਂ ਨੇ ਖਾਲਸੇ ਦੀ ਪੈਜ ਰੱਖੀ। ਜੁਗਾਂ ਤੀਕ ਇਹ ਸਾਖੀ ਪੰਥ ਵਿੱਚ ਜਿਉਂਦੀ ਰਹੇਗੀ। ਭਾਈ ਤਾਰੂ ਸਿੰਘ ਜੀ ਨੇ ਇਹ ਬੋਲ ਕਹਿੰਦੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਇਸ਼ਨਾਨ ਲਈ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਤੋਂ ਜਲ ਲਿਆ ਦਿੱਤਾ ਜਾਵੇ। ਉਹਨਾਂ ਆਪ ਇਸ਼ਨਾਨ ਕੀਤਾ। ਜਪਜੀ ਪੜ੍ਹਦਿਆਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ। ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕੀਤੀ ਗਈ। ਭਾਈ ਤਾਰੂ ਸਿੰਘ ਜੀ ਨੇ ਅਰਦਾਸ ਮਗਰੋਂ ਮੱਥਾ ਟੇਕਿਆ ਤੇ ਹੁਕਮਨਾਮਾ ਚੱਲਦਿਆਂ ਉਹਨਾਂ ਦੀ ਦੇਹ ਸੰਸਾਰ ਤੋਂ ਓਲਾ ਕਰ ਗਈ। ਭਾਈ ਸੁਬੇਗ ਸਿੰਘ ਵੀ ਉਸੇ ਸਮੇਂ ਉੱਥੇ ਪਹੁੰਚ ਗਏ ਸਨ। ਭਾਈ ਤਾਰੂ ਸਿੰਘ ਜੀ ਦੀ ਦੇਹ ਨੂੰ ਬਹੁਤ ਸਤਿਕਾਰ ਨਾਲ ਸਿੰਘਾਂ ਨੇ ਚਿਖਾ ਉੱਤੇ ਟਿਕਾਇਆ ਤੇ ਅਗਨ ਦਿਖਾਈ ਗਈ। ਚੰਦਨ ਦੀਆਂ ਲੱਕੜਾਂ ਵਿੱਚੋਂ ਲਾਟਾਂ ਨਿਕਲਣ ਲੱਗੀਆਂ। ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਸਿੰਘ ਆਪ ਲੈਣ ਲਈ ਆਏ। ਦੁਤਾਰੇ ਵੱਜ ਰਹੇ ਹਨ ਤੇ ਕੀਰਤਨ ਹੋ ਰਿਹਾ ਹੈ। ਭਾਈ ਸਾਹਿਬ ਦੇ ਸੱਚਖੰਡ ਸਫ਼ਰ ਲਈ ਉੱਡਣੇ ਘੋੜੇ ਤੇ ਹਾਥੀ ਦਰਗਾਹ ਵਿੱਚੋਂ ਆਏ ਹਨ। ਇੱਕ ਪਾਸੇ ਤਾਂ ਭਾਈ ਤਾਰੂ ਸਿੰਘ ਜੀ ਨੂੰ ਬਿਬਾਨ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਕਰੀਆ ਨੂੰ ਜਮਦੂਤ ਜੁੱਤੀਆਂ ਮਾਰਦੇ ਹੋਏ ਲਿਜਾ ਰਹੇ ਹਨ। ਜੁੱਤੀਆਂ ਵੀ ਉਹ ਜਿਨ੍ਹਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਹਨ। ਖਾਨੂ ਨੂੰ ਲਿਜਾ ਕੇ ਨਰਕਾਂ ਵਿੱਚ ਸੁੱਟ ਦਿੱਤਾ ਗਿਆ, ਪਰ ਧਰਮਰਾਜ ਦਾ ਹੁਕਮ ਹੈ ਕਿ ਹਰ ਰੋਜ਼ ਇਸ ਦੇ ਸਿਰ 100 ਜੁੱਤੀਆਂ ਮਾਰੀਆਂ ਜਾਣ। ਭਾਈ ਤਾਰੂ ਸਿੰਘ ਜੀ ਨੂੰ ਸਤਿਗੁਰਾਂ ਦੇ ਹਜ਼ੂਰ ਲਿਜਾਇਆ ਗਿਆ ਤੇ ਬੈਠਣ ਲਈ ਥਾਂ ਦਿੱਤੀ ਗਈ। ਪਹਿਲਾਂ ਹੋ ਚੁੱਕੇ ਬੇਅੰਤ ਸ਼ਹੀਦਾਂ ਵਿੱਚ ਭਾਈ ਤਾਰੂ ਸਿੰਘ ਜੀ ਦੀ ਉਸਤਤ ਹੋ ਰਹੀ ਹੈ। ਭਾਈ ਸਾਹਿਬ ਨੂੰ ਕਲਗੀਧਰ ਪਿਤਾ ਜੀ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦੀ ਦਿਓੜੀਦਾਰ ਬਣਾਇਆ ਗਿਆ।
ਸ਼ਹੀਦਾਂ ਵਿੱਚੋਂ ਸਿਰਮੌਰ ਭਾਈ ਮਨੀ ਸਿੰਘ ਜੀ ਡਿਓਢੀ ਦੇ ਸੱਜੇ ਪਾਸੇ ਦੇ ਡਿਓਢੀਦਾਰ ਹਨ ਤੇ ਭਾਈ ਤਾਰੂ ਸਿੰਘ ਜੀ ਨੂੰ ਖੱਬੇ ਪਾਸੇ ਥਾਂ ਦਿੱਤੀ ਗਈ ਹੈ। ਉੱਥੇ ਹੀ ਉਹਨਾਂ ਦਾ ਨਿਵਾਸ ਸਥਾਨ ਬਣਾਇਆ ਗਿਆ ਹੈ। ਇੱਧਰ ਲਾਹੌਰ ਵਿੱਚ ਖਾਲਸੇ ਦੀ ਰੀਤੀ ਅਨੁਸਾਰ ਜਿੱਥੇ ਵੀ ਕੋਈ ਸਿੰਘ ਸ਼ਹੀਦ ਹੋਵੇ ਉੱਥੇ ਗੁਰਦੁਆਰਾ ਸਾਹਿਬ ਉਸਾਰਿਆ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਦਾ ਸ਼ਹੀਦਗੰਜ ਉਸਾਰਿਆ ਗਿਆ ਤੇ ਨਿਸ਼ਾਨ ਝੁਲਾਇਆ ਗਿਆ। ਲਾਹੌਰ ਨਿਵਾਸੀ ਭਾਈ ਸਾਹਿਬ ਦੇ ਸ਼ਹੀਦੀ ਅਸਥਾਨ ਤੇ ਆ ਕੇ ਜੋ ਵੀ ਮੰਗਦੇ ਹਨ ਮਿਲਦਾ ਹੈ। ਲਾਹੌਰ ਨਿਵਾਸੀਆਂ ਦੀਆਂ ਝੋਲੀਆਂ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਤੋਂ ਭਰੀਆਂ ਜਾ ਰਹੀਆਂ ਹਨ। ਸਾਰੇ ਲਾਹੌਰ ਵਿੱਚ ਹੁਣ ਕਿਸੇ ਹੋਰ ਪੀਰ ਫਕੀਰ ਦੀ ਨਹੀਂ ਸਗੋਂ ਭਾਈ ਤਾਰੂ ਸਿੰਘ ਜੀ ਦੀ ਕਲਾ ਵਰਤ ਰਹੀ ਹੈ। ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ, ਦੁੱਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ। ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਹਿਰਦੇ ਤੋਂ ਸੁਣਨ ਮਾਤਰ ਨਾਲ ਹੀ ਸਿੱਖ ਦੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।